ਕਹਿੰਦਾ ਦੁਨੀਆ 'ਚ ਜਿੱਥੇ ਮਰਜ਼ੀ ਘੁੰਮ ਲਵੇ ਬਵਾਸੀਰ ਦਾ ਇਲਾਜ ਹੈਗਾ ਕਿ ਨਹੀਂ ਦੱਸਾਂ ਮੈਂ ਜਿਵੇਂ ਕਹਿ ਦਈਏ ਵੀ ਦਵਾਈਆਂ ਦੇ ਵਿੱਚ ਜਾਂ ਜਿਹੜੀ ਖੂਨੀ ਜਿਵੇਂ ਆਪਰੇਸ਼ਨ ਕਰਦੇ ਨੇ ਉਹਨਾਂ ਦੇ ਵਿੱਚ। देखो जी, ऑपरेशन इज द नॉट परमानेंट उसका इलाज नहीं है। जैसे पौधा है, पौधे का आप समतल से काट दीजिए, जड़ तो नीचे रह जाएगी। कि सेंसिटिव एरिया से बार बार ऑपरेशन नहीं किया जा सकता। नाजुक है ना, पेनफुल ट्रीटमेंट होता है। जितनी बार लैट्रिन जाओगी, गंदी जगह है, टाँके लगा देते हैं, काट पीट होती है, ब्लड लॉस होता है। ਜੇ ਕਿਸੇ ਨੂੰ ਵੀ ਬਵਾਸੀਰ ਆ, ਭਗੰਦਰ ਆ ਜਾਂ ਫਿਸ਼ਰ ਆ, ਕਿਤੇ ਵੀ ਜਾਣ ਦੀ ਲੋੜ ਨਹੀਂ। ਇੱਥੇ ਗਰੰਟੀ ਹੈ ਜਿਹੜੀ इलाज दी मिलूगी, इतों गारंटी दे के भेजूंगे। देखो जी, गारंटी लाइफ टाइम ही रहेगी। हमारे यहाँ गारंटीड इलाज दिया जाएगा। सबसे बड़ी बात है हमारा जो ट्रीटमेंट है ना, उसका कोई साइड इफेक्ट नहीं है। 10 मिनट चेकअप में लगती है, 10 मिनट का इलाज होता है। उसका पेशेंट खुद चल के जा सकता है, गाड़ी ड्राइव कर सकता है, कोई बेड रेस्ट की आवश्यकता नहीं है। मैं आपको बताता हूँ, बवासीर जो होती है ना, 2 तरह की होती है, इंटरनल और एक्सटर्नल। ठीक है, या अंदर की तरफ या बाहर की तरफ। ठीक है, उससे मौके बन जाते हैं। मौके बनने से ना लैट्रिन से सिकुड़ जाता है। कई बार मौके में आपने देखा कुछ पेशेंट ब्लड कभी आया फिर बंद हो गया, पेशेंट सोचता है कि पेट की गर्मी का कारण बढ़ा देता है, पर वो बवासीर के कारण ब्लीडिंग होती है। कभी आएगा, कभी बंद हो जाएगा, कभी बूंद बूंद करके, कभी टप टप करके, कभी धार बन के, है ना। इसमें 4 स्टेज होती है बवासीर की। फर्स्ट स्टेज, सेकंड स्टेज, थर्ड स्टेज, फोर्थ स्टेज। थर्ड ग्रेड पाइल्स जो होते हैं मौके बिल्कुल बाहर से आ जाते हैं, हाथ से निकलने पड़ते हैं। 4 ग्रेड में मुझसे बिल्कुल बाहर ही रह जाते हैं। ठीक है, हमारे पास पेशेंट जो आता है, हम बिना ऑपरेशन, बिना चीर फाड़ के इलाज करते हैं। दूसरा देखते हम बच्चे आजकल मोबाइल में लगे रहते हैं, बाथरूम में बैठे कई घंटे बैठे रहते, जोर लगाते रहते हैं। जोर लगाने से जो नसें होती है फूल जाती है, वो पाइल्स कहलाती है, हेमोरॉइड पाइल्स। तो बवासीर के जो लक्षण होते हैं, गोदा में जलन, दर्द रहना, खून आना, मस्से बनना या बार बार पस निकलना, ये बवासीर भगंदर के लक्षण हैं। कितना खतरनाक है फिर जे इलाज नहीं करवाते सरदार। देखो जी, लापरवाही करोगे तो कैंसर बन जाता है इसमें। ठीक है, और कैंसर का कोई इलाज नहीं है। ਜੋ ਵੀ ਲੇਡੀਜ਼ ਨੇ ਜਿਹੜੀਆਂ ਦਰਦ ਤੋਂ ਡਰਦੀਆਂ ਜਾਂ ਫਿਰ ਝਿਜਕਦੀਆਂ ਨੇ, ਉਹਨਾਂ ਨੂੰ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ। ਉਹਨਾਂ ਦਾ ਬਿਲਕੁਲ ਇੱਥੇ ਇਲਾਜ ਕੀਤਾ ਜਾਏਗਾ। ਅਤੇ ਸਾਡੇ ਇੱਥੇ ਕੀ ਹੈ, ਲੇਡੀਜ਼ ਨੂੰ ਖਾਸ ਪ੍ਰੀ ਕਾਉਂਸਲਿੰਗ ਦਿੱਤੀ ਜਾਂਦੀ ਹੈ, ਕਿਉਂਕਿ ਉਹਨਾਂ ਦੇ ਵਿੱਚ ਡਰ ਹੁੰਦਾ ਹੈ ਕਿ ਸਾਡਾ ਇਹ ਇਲਾਜ ਹੋਏਗਾ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਪੇਨ ਹੋਏਗੀ। ਬਟ ਸਾਡੇ ਕੀ ਇੱਥੇ ਪੇਨਲੈਸ ਟਰੀਟਮੈਂਟ ਦਿੱਤਾ ਜਾਂਦਾ ਹੈ। ਠੰਡੀ ਮਸ਼ੀਨ ਦੇ ਨਾਲ ਵੀ ਟਰੀਟਮੈਂਟ ਹੁੰਦਾ, IRC ਮਸ਼ੀਨ ਨਾਲ ਹੁੰਦਾ, ਲੇਜ਼ਰ ਦੇ ਨਾਲ ਹੁੰਦਾ ਆ। ਉਹਦੇ ਨਾਲ ਕੀ ਹੈ ਕਿ ਕੋਈ ਵੀ ਇੱਦਾਂ ਦੀ ਪੇਨ ਵਾਲੀ ਦਿੱਕਤ ਨਹੀਂ ਆਉਂਦੀ ਹੈ। ਜੇ ਲੇਡੀਜ਼ ਦੇ ਵਿੱਚ ਇਹ ਸਮੱਸਿਆ ਆਉਂਦੀ ਹੈ, ਤੁਹਾਨੂੰ ਪਤਾ ਕਿਵੇਂ ਲੱਗੂ, ਇਹਦੇ ਲੱਛਣ ਕਿਵੇਂ ਪਤਾ ਲੱਗਣਗੇ? ਦੇਖੋ, ਬਵਾਸੀਰ ਹੈ ਜਿਹੜੀ, ਉਹਦੇ ਲੱਛਣ ਹੁੰਦੇ ਆ ਜਲਨ ਹੋਣਾ, ਦਰਦ ਹੋਣਾ, ਬਲੱਡ ਆਉਣਾ। ਠੀਕ ਹੈ, ਉਸ ਤੋਂ ਬਾਅਦ ਕੀ ਹੈ, ਕਬਜ਼ ਰਹਿਣਾ, ਜਿੱਦਾਂ ਇੱਕ ਰਸਤਾ ਹੈ ਉਹਦੇ ਵਿੱਚ ਰੋੜੇ ਪਏ ਹੈ, ਇੱਦਾਂ ਕੀ ਹੈ, ਮੱਸੇ ਹੁੰਦੇ ਆ, ਉਹਨਾਂ ਦੇ ਪਿੱਛੇ ਲੈਟਰਿੰਗ ਹੈ ਜਿਹੜੀ ਉਹ ਫਸੀ ਰਹਿੰਦੀ ਹੈ, ਸਟੂਲ ਪਖਾਨਾ। ਠੀਕ ਹੈ ਜੀ, ਉਹ ਕੀ ਹੈ, ਈਜ਼ੀਲੀ ਪਾਸ ਨਹੀਂ ਹੋ ਪਾਉਂਦਾ। ਪੇਸ਼ੈਂਟਸ ਨੂੰ ਕੀ ਹੈ, ਇਨਕੰਪਲੀਟ ਇਵੈਕੂਏਸ਼ਨ ਦੀ ਪ੍ਰੋਬਲਮ ਆਉਂਦੀ ਹੈ, ਮਤਲਬ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਸੰਤੁਸ਼ਟੀ ਨਾਲ ਪੇਟ ਸਾਫ਼ ਨਹੀਂ ਹੋ ਪਾਉਂਦਾ। ਭਗੰਦਰ ਦੇ ਵਿੱਚ ਵੀ ਕਈ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਮੇਰੇ ਆਮ ਜੀ ਫਿੰਸੀ ਹੈ ਜਾਂ ਐਬਸਿਸ ਹੈ, ਬਟ ਜਦੋਂ ਕੀ ਹੈ, ਹੌਲੀ ਹੌਲੀ ਉਹ ਚੀਜ਼ ਦਵਾਈ ਖਾ ਲੈਂਦੇ ਆ, ਸੁੱਕ ਜਾਂਦੇ ਆ ਬਾਹਰਲਾ ਮੂੰਹ। ਭਗੰਦਰ ਕੀ ਹੁੰਦਾ, ਇੱਕ 2 ਮੂੰਹ ਵਾਲਾ ਫੋੜਾ ਹੁੰਦਾ, ਜਿਹਦਾ ਇੱਕ ਮੂੰਹ ਬਾਹਰ ਹੁੰਦਾ, ਇੱਕ ਮੂੰਹ ਅੰਦਰ ਹੁੰਦਾ। ਸਤਿ ਸ਼੍ਰੀ ਅਕਾਲ ਦੋਸਤੋ, ਲਵ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਜਿੰਦਰ ਸਿੰਘ। ਸੋ ਅੱਜ ਦੇ ਸਮੇਂ ਦੇ ਵਿੱਚ ਇੱਕ ਸਮੱਸਿਆ ਜਿਹੜੀ ਆਮ ਕਰਕੇ ਚਿੰਤਾ ਦਾ ਵਿਸ਼ਾ ਬਣ ਜਾਂਦੀ ਆ। ਹਰ ਕੋਈ ਦੱਸਣ ਤੋਂ ਘਬਰਾਉਂਦਾ ਉਸ ਸਮੱਸਿਆ ਨੂੰ, ਤੇ ਦੇਸੀ ਦਵਾਈਆਂ ਦੇ ਵਿੱਚ ਪੈ ਜਾਂਦਾ, ਦੇਸੀ ਇਲਾਜ ਦੇ ਵਿੱਚ ਪੈ ਜਾਂਦਾ, ਜਾਂ ਖੂਨੀ ਕਹਿ ਦਈਏ ਵੀ ਆਪਰੇਸ਼ਨ ਕਰਵਾ ਲੈਂਦਾ, ਤੇ ਇੱਕ ਦਿਨ ਉਹ ਜਿਹੜੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਲੈਂਦੀ ਆ। ਉਹ ਸਮੱਸਿਆ ਕਿਹੜੀ ਹੈ? ਬਵਾਸੀਰ, ਫਿਸ਼ਰ, ਭਗੰਦਰ। ਕਿਤੇ ਵੀ ਤੁਸੀਂ ਇਲਾਜ ਕਰਵਾ ਲਓ, ਇਲਾਜ ਸਫਲ ਨਹੀਂ ਹੁੰਦੇ। ਦੁਬਾਰਾ ਜਿਹੜੇ ਆਪਾਂ ਨੂੰ ਜਾਣਾ ਪੈਂਦਾ ਹੈ, ਆਪਰੇਸ਼ਨ ਵੀ ਦੁਬਾਰਾ ਕਰਾਉਣੇ ਪੈਂਦੇ ਨੇ। ਜੇ ਦਵਾਈ ਦੇ ਉੱਪਰ ਲੱਗੇ ਹੋਏ ਹਾਂ, ਦਵਾਈ ਇੱਕ ਦਿਨ ਜਦੋਂ ਛੱਡਦੇ ਹਾਂ ਤਾਂ ਉਹ ਸਮੱਸਿਆ ਇੱਕ ਗੰਭੀਰ ਰੂਪ ਜਿਹੜੀ ਧਾਰਨ ਕਰ ਲੈਂਦੀ ਹੈ। ਸੋ ਅੱਜ ਜਿਹੜੀ ਜਗ੍ਹਾ ਦੇ ਉੱਤੇ ਪਹੁੰਚੇ ਹਾਂ, ਡਾਕਟਰ ਰਾਹੁਲ ਉਹਨਾਂ ਦੇ ਕੋਲ, ਜਨਤਾ ਪਾਇਲਸ ਕਲੀਨਿਕ,
ਉੱਤਰੀ ਭਾਰਤ ਦਾ ਕਹਿ ਦਈਏ ਇੱਕੋ ਇੱਕ ਅਜਿਹਾ ਕਲੀਨਿਕ ਹੈ ਜਿੱਥੇ ਬਿਨਾਂ ਦਰਦ ਤੋਂ ਜਿਹੜਾ ਇਲਾਜ ਸਿਰਫ ਜਰਮਨ ਦੀਆਂ ਮਸ਼ੀਨਾਂ ਦੇ ਨਾਲ, ਠੰਡੀ ਮਸ਼ੀਨ ਦੇ ਨਾਲ 10 ਤੋਂ 15 ਮਿੰਟ ਦੇ ਵਿੱਚ ਕੀਤਾ ਜਾਂਦਾ ਹੈ। ਸੋ ਸਾਡੇ ਨਾਲ ਡਾਕਟਰ ਰਾਹੁਲ ਮੌਜੂਦ ਹੋਣਗੇ, ਗੱਲਬਾਤ ਕਰਾਂਗੇ। ਸਰ ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਠੀਕ ਹੋ ਜੀ? सत श्रीकाल जी। ਸਰ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਬਵਾਸੀਰ, ਭਗੰਦਰ ਹੋਇਆ, ਫਿਸ਼ਰ ਹੋਇਆ, ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਕਈ ਲੋਕਾਂ ਨੂੰ ਤਾਂ ਇਸ ਸਮੱਸਿਆ ਦੇ ਬਾਰੇ ਪਤਾ ਨਹੀਂ ਲੱਗਦਾ, ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਉਹ ਕਿਤੇ ਨਾ ਕਿਤੇ ਗਲਤ ਇਲਾਜ ਦੇ ਵਿੱਚ ਪੈ ਜਾਂਦੇ ਨੇ ਤੇ ਗੰਭੀਰ ਰੂਪ ਧਾਰਨ ਕਰਦੀ ਹੈ ਆਪਣੀ ਸਮੱਸਿਆ। देखो जी, मैं आपको एक किस्सा बताना चाहूँगा। पिछले मंगलवार को हमारे एक पेशेंट आए थे, बुजुर्ग थे, 65 साल के, है ना। तो मैंने उनको टेस्ट किया, उनमें मैलिग्नेंसी नहीं, कैंसर था। और पेशेंट का ये कहना था कि मुझे डॉक्टर साहब 35 साल से प्रॉब्लम है, मैं छोटी मोटी मेडिसिन ले लेता तो मुझे रिलीफ हो जाता था, है ना। तो अब की बार मुझे 7 महीने से पेन में आराम नहीं हो रहा है। जैसे मैंने उनको जांच किया, जांच के दौरान मुझे कैंसर पाया गया, है ना। तो फिर उसके बाद मैंने कोलोनोस्कोपी एपिनेसी के लिए जांच की, जब भेजा कहीं रिपोर्ट में, तो डॉक्टर का नाम तो नहीं लूँगा मैं, काम जांच कराया, उन्होंने उसमें पाया गया कि उसमें कि नॉर्मल लिख दिया उनकी रिपोर्ट में। हालांकि उनको प्रॉब्लम थी पाइल्स के साथ मैलिग्नेंसी थी, है ना। तो मैं ये देखता हूँ लोगों का डायग्नोज भी अच्छा नहीं है। कई जगह हॉस्पिटल में डॉक्टर पता नहीं लगा पाते कि पाइल्स है, फिशला है, फिशर है, क्या प्रॉब्लम है क्या नहीं है। हमारे यहाँ जो ट्रीटमेंट स्पेशलाइजेशन है मेरा, BMS एनोरेक्टल सर्जन हूँ मैं। हमारे यहाँ जो होता है ठंडी मशीन द्वारा और जर्मन टेक्नोलॉजी द्वारा, IRC मशीन होती है, इन्फ्रारेड कॉन्वल्यूशन द्वारा लेजर ट्रीटमेंट है, और 60 सूत्र द्वारा हम ट्रीटमेंट करते हैं गारंटी के साथ ही। ਬਿਲਕੁਲ ਸਰ, ਜਿਵੇਂ ਨਾ ਅੱਜ ਦੇ ਸਮੇਂ 'ਚ ਜਦੋਂ ਪਤਾ ਲੱਗਦਾ ਵੀ ਬਵਾਸੀਰ ਹੋਊਗੀ, ਡਾਕਟਰਾਂ ਕੋਲ ਜਾਂਦੇ ਨੇ ਜਾਂ ਵੈਦਾਂ ਕੋਲ ਜਾਂਦੇ ਨੇਗੇ, ਉਹ ਇੱਕ ਚਿੰਤਾ ਦਾ ਵਿਸ਼ਾ ਬਣਾਉਂਦੇ ਨੇ, ਪੇਸ਼ੈਂਟ ਨੂੰ ਡਰਾ ਦਿੰਦੇ ਨੇਗੇ ਕਿ ਕਿਤੇ ਨਾ ਕਿਤੇ ਪੇਸ਼ੈਂਟ ਫਸ ਜਾਂਦਾ ਉਹਨਾਂ ਦੇ ਕੋਲ, ਤੇ ਦਵਾਈ ਜਿੰਨਾ ਚਿਰ ਖਾਂਦਾ ਉਨਾ ਚਿਰ ਹੀ ਠੀਕ ਰਹਿੰਦਾ ਸਰ। देखो जी, आप YouTube देखिए, गूगल देखिए, या आप जैसे कमेंट बॉक्स में, हमारे कमेंट बॉक्स में लोग अपनी दवाइयों को डाल देते हैं उसमें साथ में कि दवाई लो, 15 मिनट में जड़ से ख़त्म करो, दवाई ले लो, 2 खुराक ले लो, फ्री में दवाई होगी। ये लोगों को केवल बेवकूफ़ बनाने का तरीका है, ठीक है। उससे कोई दवाई से कोई प्रॉपर ठीक नहीं हो सकता। अभी 1-2 पेशेंट आपसे मिलवाएंगे जिन्होंने 2-3 बार ऑपरेशन करा चुका है, 2020 में 2-3 बार ऑपरेशन करा तो फिर रिकरेंस हो गया। हमारे यहाँ गारंटेड इलाज दिया जाएगा। सबसे बड़ी बात है, हमारा जो ट्रीटमेंट है ना, उसका कोई साइड इफ़ेक्ट नहीं है। जैसे पेशेंट आप देख रहे आ रहे हैं, 10 मिनट चेकअप में लगती है, 10 मिनट का इलाज होता है। उसके बाद पेशेंट खुद चल के जा सकता है, गाड़ी ड्राइव कर सकता है, कोई बेड रेस्ट की आवश्यकता नहीं है जी। ਮੈਂ ਕਹਿੰਦਾ ਦੁਨੀਆ 'ਚ ਜਿੱਥੇ ਮਰਜ਼ੀ ਘੁੰਮ ਲਵੇ, ਬਵਾਸੀਰ ਦਾ ਇਲਾਜ ਹੈਗਾ ਕਿ ਨਹੀਂ ਦੱਸਾਂ ਮੈਂ, ਜਿਵੇਂ ਕਹਿ ਦਈਏ ਵੀ ਦਵਾਈਆਂ ਦੇ ਵਿੱਚ ਜਾਂ ਜਿਹੜੀ ਖੂਨੀ ਜਿਵੇਂ ਆਪਰੇਸ਼ਨ ਕਰਦੇ ਨੇ ਉਹਨਾਂ ਦੇ ਵਿੱਚ। देखो जी, ऑपरेशन इज़ द नॉट प्रमाण सोल्यूशन, इसका इलाज नहीं है। ਜੀ जैसे पौधा है, पौधे का आप समतल से काट दीजिए, जड़ तो नीचे रह जाएगी। जब पानी वगैरह लगेगा, हवा और बरसात वगैरह आएगी, फिर बन जाएगा, तो ग्रोथ हो जाएगा। इससे कि हम जड़ों में काम करते हैं, जड़ से ख़त्म करते हैं इसको, पाइल्स को। ਇੱਕ ਮੈਂ ਕਹਿੰਦਾ ਫਿਰ ਪੈਸਾ ਖਰਾਬ ਕਰਨਾ ਹੀ ਕਹਿ ਦਈਏ, ਉਹਨਾਂ ਦਾ ਪੈਸਾ ਵੀ ਖਰਾਬ ਕਰਦੇ ਨੇ ਲੋਕ, ਟਾਈਮ ਵੀ ਖਰਾਬ ਹੁੰਦਾ, ਸਿਹਤ ਵੀ ਖਰਾਬ ਹੁੰਦੀ। देखो जी, सेहत तो ख़राब होती ही होती है, जी। प्लस पैसा भी ख़राब होता है, प्लस जो रिकरेंस होता है ना, उससे पेशेंट को बड़ी दिक्कत होती है क्योंकि सेंसिटिव एरिया से बार बार ऑपरेशन नहीं किया जा सकता। ये नाजुक है ना, पेनफुल ट्रीटमेंट होता है। जितनी बार लैट्रिन जाओगी, गंदी जगह है, टाँके लगा देते हैं, काट पीट होती है, ब्लड लॉस होता है। ਬਿਲਕੁਲ हाँ जी। ਸਰ, ਜਿਹੜੇ ਵੀ ਦਰਸ਼ਕ ਆਪਣੇ ਦੇਖ ਰਹੇ ਨੇ, ਜੇ ਕਿਸੇ ਨੂੰ ਵੀ ਬਵਾਸੀਰ ਆ, ਭਗੰਦਰ ਆ ਜਾਂ ਫਿਸ਼ਰ ਆ, ਕਿਤੇ ਵੀ ਜਾਣ ਦੀ ਲੋੜ ਨਹੀਂ, ਇੱਥੇ ਗਰੰਟੀ ਹੈ ਜਿਹੜੀ इलाज दी मिलोगी, इतों गारंटी दे के भेजोगे? देखो जी, गारंटी लाइफ टाइम की रहेगी। मैं आपको बताता हूँ, बवासीर जो होती है ना, 2 तरह की होती है, इंटरनल और एक्सटर्नल, ठीक है। या अंदर की तरफ या बाहर की तरफ, ठीक है। उससे मौके बन जाते हैं। मौके बनने से ना लैट्रिन से सुकड़ जाता है। कई बार मौके में आपने देखा कुछ पेशेंट को ब्लड कभी आया फिर बंद हो गया, पेशेंट सोचता है कि पेट की गर्मी के कारण ब्लड आ जाता है, पर वो बवासीर के कारण ब्लीडिंग होती है। कभी आएगा, कभी बंद हो जाएगा, कभी बूंद बूंद करके, टप टप करके, कभी धार बन के, है ना। इसमें 4 स्टेज होती है बवासीर की। फर्स्ट स्टेज, सेकंड स्टेज, थर्ड स्टेज, फोर्थ स्टेज। थर्ड ग्रेड में पाइल्स जो होते हैं मौके बिल्कुल बाहर से आ जाते हैं, हाथ से अंदर करने पड़ते हैं। 4 ग्रेड में मुझसे बिल्कुल बाहर ही रह जाते हैं, ठीक है। हमारे पास पेशेंट जो आता है, हम बिना ऑपरेशन, बिना चीर फाड़ के इलाज करते हैं। जैसे हमारे पास टेक्नोलॉजी मैंने बताई, एक तो हमारे पास ठंडी मशीन है। पेशेंट को ठंडी मशीन द्वारा 4 ग्रेड, 3rd ग्रेड पाइल्स में मस्सों को सुखा के -186 डिग्री सेल्सियस सुखा के ख़त्म कर देते हैं, ठीक है। एक हमारे पास है फर्स्ट या 2nd ग्रेड पाइल्स के लिए IRC, जो कि जर्मन टेक्नोलॉजी है, वो कहीं भी नहीं है लोगों के पास अभी। उससे इन्फ्रारेड कॉन्वल्यूशन होता है, किरणों द्वारा मस्से वहीं कहीं सूख के ख़त्म हो जाते हैं। कोई बेड रेस्ट की आवश्यकता नहीं है, वो लाइफ टाइम की गारंटी हम देते हैं।
ਮਤਲਬ ਜਿਵੇਂ ਕੋਈ ਤੁਹਾਡੇ ਕੋਲ ਪੇਸ਼ੈਂਟ ਆਉਂਦਾ ਉਹਨੂੰ ਕੋਈ ਵੀ ਬੈੱਡ ਰੈਸਟ ਨਹੀਂ ਮਿਲੂਗੀ ਇੱਥੇ, ਸਿਰਫ 10-15 ਮਿੰਟਾਂ ਦੇ ਵਿੱਚ ਇਲਾਜ ਕਰਕੇ हाँ जी, हाँ ਭੇਜਿਆ जी, 10-15 मिनट का ट्रीटमेंट होता है, 10-15 मिनट अंडर ऑब्जर्वेशन रखते हैं, उसके बाद छुट्टी हो जाती है पेशेंट की। ਨਹੀਂ ਪੇਸ਼ੈਂਟ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਬੜੀਆਂ ਹੋਈਆਂ ਨੇ ਵੀ ਜੇ ਬਵਾਸੀਰ ਆ ਤਾਂ ਆਪਰੇਸ਼ਨ ਕਰਾਵਾਂਗੇ 2-2.5 ਮਹੀਨੇ ਤਾਂ ਬੈੱਡ ਰੈਸਟ ਕਰਨੀ ਪਊਗੀ। कोई बेड रेस्ट की आवश्यकता नहीं है, किसी पेशेंट को हमारे यहाँ आते हैं और काफ़ी लाख पेशेंट ठीक होकर जा चुके हैं, सफलतापूर्वक हमारा काफ़ी अच्छे परिणाम रहे हैं। ਸੋ ਸਰ ਜਿਵੇਂ ਨਾ ਅੱਜ ਦੇ ਸਮੇਂ ਦੇ ਵਿੱਚ ਬਵਾਸੀਰ ਦੇਖਣ ਨੂੰ ਮਿਲਦੀ ਹੈ ਵੀ ਅੱਗੇ ਵੱਡੀ ਉਮਰ ਦੇ ਲੋਕਾਂ ਨੂੰ ਹੁੰਦੀ ਸੀ, ਅੱਜ ਦੇ ਸਮੇਂ ਦੇ ਵਿੱਚ ਇਹ ਸਮੱਸਿਆ ਕਿਹੜੀ ਉਮਰ ਦੇ ਵਿੱਚ ਹੋਣ ਲੱਗੀ ਹੁਣ? देखो जी, इसकी कोई सीमा नहीं है एज की। 2 साल के बच्चों के पाइल्स है, 5 साल के में भी है, 10 साल के बच्चों में भी है, कि खान पीन ना अच्छा होने के कारण प्रॉब्लम होती है। टाइम पर खाना नहीं खाते, लेट्स होते हैं, गर्म मसाले ज़्यादा लेते हैं। दूसरा देखते हैं हम बच्चे आजकल मोबाइल में लगे रहते हैं, बाथरूम में बैठे कई घंटे बैठे रहते, जोर लगाते रहते हैं। जोर लगाने से जो नसें होती है फूल जाती है, वो पाइल्स कहलाती है, हेमोराइड पाइल्स। एग्जाम्पल फॉर ਜੇਕਰ ਕਿਸੇ ਨੂੰ ਹੋਊਗੀ ਇਹ ਸਮੱਸਿਆ ਉਹ ਪਤਾ ਕਿਵੇਂ ਲੱਗੂ, ਲੱਛਣ ਕਿਵੇਂ ਪਤਾ ਲੱਗਣਗੇ ਜੀ ਇਹਦੇ? तो बवासीर के जो लक्षण होते हैं, गोदा में जलन, दर्द रहना, खून आना, मस्से बनना या बार बार पस निकलना, ये बवासीर भगंदर के लक्षण हैं। ਜੀ ਇਹ 'ਚ ਕਿੰਨਾ ਕੁ ਖਤਰਨਾਕ ਆ ਫਿਰ ਜੇ ਇਲਾਜ ਨਹੀਂ ਕਰਵਾਉਂਦੇ ਇਸ ਦਾ? देखो जी, लापरवाही करोगे तो कैंसर बन जाता है इसमें, ठीक है, और कैंसर का कोई इलाज नहीं है। काफ़ी पेशेंट हमारे पास आते हैं तो छोटी मोटी दवाई खा खा के परेशान हो चुके हैं, अंदर प्रॉब्लम रहती है, अंदर इन्फेक्शन बढ़ जाता है जी। ਅੱਛਾ ਸਰ ਜਿਵੇਂ ਇੱਥੇ ਪਹੁੰਚਦਾ ਫਿਰ ਉਹਦਾ ਇਲਾਜ ਦਾ ਜਿਹੜਾ ਠੰਡੀ ਮਸ਼ੀਨ ਦੇ ਨਾਲ ਕੀਤਾ ਜਾਊਗਾ, ਮੈਂ ਕਹਿੰਦਾ ਉੱਤਰੀ ਭਾਰਤ ਦੀ ਇੱਕੋ ਇੱਕ ਜਿਹੜੀ ਇੱਥੇ ਕਲੀਨਿਕ ਆ ਜਿੱਥੇ ਇਲਾਜ ਕੀਤਾ ਜਾਂਦਾ ਹੈ। देखो जी, उत्तर भारत का नंबर सबसे पुराना हॉस्पिटल हमारा है, 45 वर्ष पुराना हॉस्पिटल है। और हमारे यहाँ जो है ना ठंडी मशीन द्वारा इलाज करते हैं ना, मौके को साथ के साथ ख़त्म कर देते हैं, सुखा के फिशर को ठीक कर देते हैं, कोरोना के एक्विट फिशर का ऐसा भी हो। और फिशला के लिए हमारे यहाँ लेजर ट्रीटमेंट है। हाँ जी ਸਰ ਜਿਵੇਂ ਰੋਜ਼ਾਨਾ ਇੱਥੋਂ ਕਿੰਨੇ ਹੀ ਪੇਸ਼ੈਂਟ ਠੀਕ ਹੋ ਕੇ ਜਾਂਦੇ ਨੇ, ਅਸੀਂ ਵੀ ਗੱਲਬਾਤ ਕੀਤੀ, ਕਹਿੰਦੇ ਅਸੀਂ ਇਕੱਲੇ ਬੱਸ 'ਚ ਆਇਆ ਸੀਗਾ ਮੈਂ, ਪੇਸ਼ੈਂਟ ਕਹਿੰਦਾ ਵੀ ਮੈਂ ਬੱਸ 'ਚ ਹੀ ਜਾ ਰਿਹਾ ਵਾਂ, ਕੋਈ ਦਰਦ ਨਹੀਂ ਹੋ ਰਿਹਾ, ਕੋਈ ਕੁਛ ਨਹੀਂ, ਤੇ ਜੇ ਹੋਰ ਕਿਤੇ ਜਾਂਦੇ ਆ ਤਾਂ 2-2.5 ਮਹੀਨੇ ਕਹਿੰਦੇ ਬੈੱਡ ਰੈਸਟ ਹੀ ਕਰਨੀ ਪਊਗੀ। देखो जी, हमारे यहाँ बेड रेस्ट करने की ज़रूरत नहीं है। हमारे पास पेशेंट जो आता है ना, ऑपरेशन से बचने के लोग हमारे पास आते हैं, ठीक है। अगर वही मैं काम करूँ तो डॉक्टर मुझे में अंतर क्या रह गया। हमारे पेनलेस ट्रीटमेंट होता है, 10 मिनट टेस्टिंग का, 10 मिनट का इलाज है, 15 मिनट अपना अंडर ऑब्जर्वेशन रखते हैं, उसके बाद छुट्टी, लाइफ टाइम गारंटी के साथ। ਵੱਡੀ ਗੱਲ ਵੀ ਇੱਥੇ ਦਾਖਲ ਨਹੀਂ ਕੀਤਾ ਜਾਂਦਾ ਪੇਸ਼ੈਂਟ ਨੂੰ। दाग की जरूरत नहीं होती ना जी, इसमें ऑपरेशन में तो जरूरत होती है, अंडर ऑब्जर्वेशन रखते हैं, पेन रहता है, ब्लीडिंग के चांसेस ज़्यादा रहते हैं, इसमें नहीं है। ये नॉन सर्जिकल ट्रीटमेंट हमारे यहाँ पूरी तरह से। ਬਿਲਕੁਲ ਸੋ ਦੋਸਤੋ ਇਹ ਸਾਨੂੰ ਡਾਕਟਰ ਰਾਹੁਲ ਜੀ ਨਾਲ ਗੱਲਬਾਤ ਕਰਵਾਈ। ਸਰ ਆਖਰ ਤੇ ਉੱਤੇ ਪਹੁੰਚਣਾ ਕਿੱਥੇ ਪਊਗਾ ਉਹਨਾਂ ਨੂੰ, ਕਲੀਨਿਕ ਦਾ ਜਿਹੜਾ ਐਡਰੈਸ ਵੀ ਇੱਕ ਵਾਰੀ ਸਮਝਾ ਦਿਓ। देखो जी, हमारा जनता पाइल्स हॉस्पिटल है ये A114 नियर न्यू कृष्णा मंदिर, मॉडल टाउन एक्सटेंशन, लुधियाना जी। ਸੋ ਮੈਮ ਇੱਥੇ ਸੁਖਵਿੰਦਰ ਸਰ ਨਾਲ ਮੌਜੂਦ ਹੋਣਗੇ ਡਾਕਟਰ। ਸੋ ਜਿੰਨਾ ਗੱਲਬਾਤ ਕਰਾਂਗੇ ਵੀ ਨਾ ਬਵਾਸੀਰ ਦੀ ਸਮੱਸਿਆ ਜਿਹੜੀ ਆਮ ਕਰਕੇ ਅੱਜ ਲੇਡੀਜ਼ ਦੇ ਵਿੱਚ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਣੀ ਹੋਈ ਆ। ਸੋ ਗੱਲਬਾਤ ਕਰਦੇ ਮੈਂ ਕਈ ਲੇਡੀਜ਼ ਨਾ ਘਬਰਾ ਜਾਂਦੀਆਂ ਨੇ, ਅੱਜ ਦੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ, ਉਹਨਾਂ ਦੇ ਲਈ ਕੀ ਸੁਝਾਅ ਦੇਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਦੱਸਣਾ ਚਾਹੂੰਗੀ ਕਿ ਬਵਾਸੀਰ, ਭਗੰਦਰ, ਫਿਸ਼ਰ, ਇਹਨਾਂ ਦੇ ਵਾਸਤੇ ਸਾਡੇ ਇੱਥੇ ਕੀ ਹੈ, ਬਿਨਾਂ ਆਪਰੇਸ਼ਨ ਤੋਂ, ਬਿਨਾਂ ਚੀਰੇ ਤੋਂ, ਬਿਨਾਂ ਟਾਂਕੇ ਤੋਂ, ਜਿਹੜੀਆਂ ਲੇਜ਼ਰ ਟੈਕਨੀਕ ਨਾਲ, ਠੰਡੀ ਮਸ਼ੀਨ ਦੇ ਨਾਲ ਸਾਡੇ ਕੋਲ ਇੱਥੇ ਇਲਾਜ ਕੀਤਾ ਜਾਂਦਾ ਹੈ। ਜੋ ਵੀ ਲੇਡੀਜ਼ ਨੇ ਜਿਹੜੀਆਂ ਦਰਦ ਤੋਂ ਡਰਦੀਆਂ ਜਾਂ ਫਿਰ ਝਿਜਕਦੀਆਂ ਨੇ, ਉਹਨਾਂ ਨੂੰ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ। ਉਹਨਾਂ ਦਾ ਬਿਲਕੁਲ ਇੱਥੇ ਇਲਾਜ ਕੀਤਾ ਜਾਏਗਾ। ਅਤੇ ਸਾਡੇ ਇੱਥੇ ਕੀ ਹੈ, ਲੇਡੀਜ਼ ਨੂੰ ਖਾਸ ਪ੍ਰੀ ਕਾਉਂਸਲਿੰਗ ਦਿੱਤੀ ਜਾਂਦੀ ਹੈ ਤਾਂ ਕਿ ਉਹ ਇਸ ਚੀਜ਼ ਤੋਂ ਘਬਰਾਉਣ ਨਾ, ਕਿਉਂਕਿ ਉਹਨਾਂ ਦੇ ਵਿੱਚ ਡਰ ਹੁੰਦਾ ਹੈ ਕਿ ਸਾਡਾ ਇਹ ਇਲਾਜ ਹੋਏਗਾ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਪੇਨ ਹੋਏਗੀ। ਬਟ ਸਾਡੇ ਕੀ ਇੱਥੇ ਪੇਨਲੈਸ ਟਰੀਟਮੈਂਟ ਦਿੱਤਾ ਜਾਂਦਾ ਹੈ। ਠੰਡੀ ਮਸ਼ੀਨ ਦੇ ਨਾਲ ਵੀ ਟਰੀਟਮੈਂਟ ਹੁੰਦਾ, IRC ਮਸ਼ੀਨ ਨਾਲ ਹੁੰਦਾ, ਲੇਜ਼ਰ ਦੇ ਨਾਲ ਹੁੰਦਾ ਆ। ਉਹਦੇ ਨਾਲ ਕੀ ਹੈ ਕਿ ਕੋਈ ਵੀ ਇੱਦਾਂ ਦੀ ਪੇਨ ਵਾਲੀ ਦਿੱਕਤ ਨਹੀਂ ਆਉਂਦੀ ਹੈ। ਜੇ ਲੇਡੀਜ਼ ਦੇ ਵਿੱਚ ਇਹ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਨੂੰ ਪਤਾ ਕਿਵੇਂ ਲੱਗੂ, ਇਹਦੇ ਲੱਛਣ ਕਿਵੇਂ ਪਤਾ ਲੱਗਣਗੇ? ਦੇਖੋ ਬਵਾਸੀਰ ਹੈ ਜਿਹੜੀ, ਉਹਦੇ ਲੱਛਣ ਹੁੰਦੇ ਆ ਜਲਨ ਹੋਣਾ, ਦਰਦ ਹੋਣਾ, ਬਲੱਡ ਆਉਣਾ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਕਬਜ਼ ਰਹਿਣਾ, ਜਿੱਦਾਂ ਇੱਕ ਰਸਤਾ ਹੈ ਉਹਦੇ ਵਿੱਚ ਰੋੜੇ ਪਏ ਹੈ, ਇੱਦਾਂ ਕੀ ਹੈ, ਮੱਸੇ ਹੁੰਦੇ ਆ, ਉਹਨਾਂ ਦੇ ਪਿੱਛੇ ਲੈਟਰਿੰਗ ਹੈ ਜਿਹੜੀ ਉਹ ਫਸੀ ਰਹਿੰਦੀ ਹੈ, ਸਟੂਲ, ਪਖਾਨਾ, ਠੀਕ ਹੈ ਜੀ। ਉਹ ਕੀ ਹੈ, ਈਜ਼ੀਲੀ ਪਾਸ ਨਹੀਂ ਹੋ ਪਾਉਂਦਾ। ਪੇਸ਼ੈਂਟਸ ਨੂੰ ਕੀ ਹੈ, ਇਨਕੰਪਲੀਟ ਇਵੈਕੂਏਸ਼ਨ ਦੀ ਪ੍ਰੋਬਲਮ ਆਉਂਦੀ ਹੈ, ਮਤਲਬ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਸੰਤੁਸ਼ਟੀ ਨਾਲ ਪੇਟ ਸਾਫ਼ ਨਹੀਂ ਹੋ ਪਾਉਂਦਾ। ਅਤੇ ਇਹ ਜਿਹੜੇ ਲੱਛਣ ਨੇ ਬਵਾਸੀਰ ਦੇ ਹੁੰਦੇ ਆ, ਜਿਹਨੂੰ ਵੀ ਇਹ ਲੱਛਣ ਦਾ ਥੋੜ੍ਹਾ ਜਿਹਾ ਵੀ ਲੱਗਦਾ ਹੈ ਕਿ ਮੈਨੂੰ ਇਹ ਲੱਛਣ ਆ ਰਹੇ, ਉਹਨਾਂ ਨੂੰ ਆਪਣਾ ਇੱਥੇ ਆ ਕੇ ਜਨਤਾ ਪਾਇਲਸ ਕਲੀਨਿਕ ਡਾਕਟਰ ਰਾਹੁਲ ਦੀ
ਪੂਰੀ ਟੀਮ ਹੈ, ਉਹਨਾਂ ਕੋਲੇ ਆਪਣਾ ਚੈੱਕਅਪ ਕਰਾਉਣਾ ਚਾਹੀਦਾ ਹੈ ਤੇ ਅੱਗੇ ਉਹਨਾਂ ਨੂੰ ਇਲਾਜ ਦੇ ਲਈ ਗਾਈਡ ਕਰ ਦਿੱਤਾ ਜਾਵੇਗਾ। ਮਤਲਬ ਕਈ ਵਾਰ ਕਿਸੇ ਨੂੰ ਨਾ ਪਤਾ ਨਹੀਂ ਲੱਗਦਾ, ਇਹ ਚੀਜ਼ ਨੂੰ ਇਗਨੋਰ ਕਰ ਦਿੰਦਾ ਵੀ ਯਾਰ ਨਹੀਂ ਕੁਛ ਇੱਦਾਂ ਦਾ ਬਵਾਸੀਰ ਤਾਂ ਨਹੀਂ ਹੋਣਾ, ਉਹਨਾਂ ਨੂੰ ਇੱਕ ਵਾਰ ਜਿਹੜਾ ਸੁਝਾਅ ਲੈ ਲੈਣਾ ਚਾਹੀਦਾ ਜਿਸ ਦਾ। ਹਾਂਜੀ ਬਿਲਕੁਲ, ਉਹੀ ਇਸੇ ਕਰਕੇ ਤੁਹਾਨੂੰ ਇਹ ਲੱਛਣਾਂ ਦਾ ਦੱਸਿਆ ਆ। ਜਿੱਦਾਂ ਹੀ ਥੋੜ੍ਹੇ ਬਹੁਤ ਵੀ ਲੱਛਣ ਲੱਗਦੇ ਆ ਤੁਹਾਨੂੰ ਵੀ ਜਲਨ ਹੋ ਰਹੀ ਹੈ, ਮੈਨੂੰ ਇਰੀਟੇਸ਼ਨ ਹੋ ਰਹੀ ਹੈ, ਜਾਂ ਫਿਰ ਭਗੰਦਰ ਦੇ ਵਿੱਚ ਵੀ ਕਈ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਮੇਰੇ ਆਮ ਜੀ ਫਿੰਸੀ ਹੈ ਜਾਂ ਐਬਸਸ ਹੈ, ਬਟ ਜਦੋਂ ਕੀ ਹੈ ਹੌਲੀ ਹੌਲੀ ਉਹ ਚੀਜ਼ ਦਵਾਈ ਖਾ ਲੈਂਦੇ ਆ, ਸੁੱਕ ਜਾਂਦੇ ਆ ਬਾਹਰਲਾ ਮੂੰਹ। ਭਗੰਦਰ ਕੀ ਹੁੰਦਾ, ਇੱਕ ਦੋ ਮੂੰਹ ਵਾਲਾ ਫੋੜਾ ਹੁੰਦਾ ਜਿਹਦਾ ਇੱਕ ਮੂੰਹ ਬਾਹਰ ਹੁੰਦਾ, ਇੱਕ ਮੂੰਹ ਅੰਦਰ ਹੁੰਦਾ। ਤਾਂ ਜਿਹੜਾ ਬਾਹਰ ਵਾਲਾ ਮੂੰਹ ਆ ਉਹ ਤਾਂ ਕਦੇ ਕਦੇ ਭਰ ਵੀ ਜਾਂਦਾ ਜਾਂ ਫਿਰ ਰਿਸਣ ਲੱਗ ਜਾਂਦਾ, ਤਾਂ ਜਿਹੜਾ ਅੰਦਰ ਵਾਲਾ ਮੂੰਹ ਹੈ ਉਹ ਕਦੇ ਭਰਦਾ ਨਹੀਂ ਹੈ, ਉਹ ਕਿਉਂਕਿ ਉੱਥੇ ਪਸ ਭਰੀ ਰਹਿੰਦੀ ਹੈ, ਨਾ ਉੱਥੇ ਹਵਾ ਲੱਗਦੀ ਹੈ ਨਾ ਹੀ ਧੁੱਪ ਲੱਗਦੀ ਹੈ, ਇਸ ਕਰਕੇ ਉਹ ਹੀਲ ਨਹੀਂ ਹੋ ਪਾਉਂਦਾ। ਤਾਂ ਉਹ ਕਿੱਦਾਂ ਪਤਾ ਲੱਗੇਗਾ, ਜਦੋਂ ਤੱਕ ਤੁਸੀਂ ਚੈੱਕਅਪ ਨਹੀਂ ਕਰਾਓਗੇ, ਇੱਥੇ ਆ ਕੇ ਤੁਸੀਂ ਸਾਡੀ ਕਲੀਨਿਕ 'ਤੇ ਚੈੱਕਅਪ ਕਰਾਓ ਤਾਂ ਹੀ ਤੁਹਾਨੂੰ ਪਤਾ ਚੱਲੇਗਾ। ਕਿਉਂਕਿ ਲੋਕ ਕਈ ਸਾਲਾਂ ਤੱਕ ਉਹ ਦਵਾਈ ਖਾਂਦੇ ਰਹਿੰਦੇ ਆ, ਜਦੋਂ ਤੱਕ ਉਹ ਥੋੜ੍ਹੀ ਬਹੁਤ ਉਹਨਾਂ ਨੂੰ ਠੀਕ ਲੱਗਦਾ ਹੈ ਉਹਨਾਂ ਚਿਰ ਉਹਨਾਂ ਨੂੰ ਲੱਗਦਾ ਵੀ ਠੀਕ ਹੋ ਗਏ, ਬਟ ਫਿਰ ਉਹ ਵੱਧ ਕੇ ਹੀ ਬਿਮਾਰੀ ਆਉਂਦੀ ਹੈ, ਕਦੇ ਵੀ ਘਟਦੀ ਨਹੀਂ ਹੈ, ਜੜ੍ਹਾਂ ਵਾਂਗ ਫੈਲ ਜਾਂਦਾ ਭਗੰਦਰ ਵੀ। ਜੀ ਜਿਵੇਂ ਨਾ ਲੇਡੀਜ਼ ਕਈ ਵਾਰ ਹੁੰਦਾ ਸਮੱਸਿਆ ਆ ਗਈ ਤਾਂ ਕਿਤੇ ਛੋਟੇ-ਮੋਟੇ ਡਾਕਟਰਾਂ ਦੀ ਸਲਾਹ ਲੈ ਲੈਂਦੇ ਤੇ ਦਵਾਈਆਂ ਦੇ ਵਿੱਚ ਵੜ ਜਾਂਦੇ ਨੇ ਜਾਂ ਦੇਸੀ ਦਵਾਈਆਂ ਦੇ ਵਿੱਚ, ਤੇ ਉਹ ਕਿਤੇ ਨਾ ਕਿਤੇ ਖਤਰਨਾਕ ਰੂਪ ਧਾਰਨ ਕਰਦੇ ਨੇ। ਜੀ ਬਿਲਕੁਲ, ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਆ, ਜਿਵੇਂ ਅੱਜ ਕੱਲ੍ਹ ਬਹੁਤ ਸਾਰੇ ਗੂਗਲ 'ਤੇ, ਫੇਸਬੁੱਕ 'ਤੇ ਜਾਂ ਹੋਰ ਸੋਸ਼ਲ ਮੀਡੀਆ 'ਤੇ ਐਵੇਂ ਜਿੱਦਾਂ ਦਿਖਾਵੇ ਵਾਲੀਆਂ ਐਡਸ ਹੁੰਦੀਆਂ ਨੇ, ਸਿਰਫ ਉਹ ਦੇਖਣ ਲਈ ਵਧੀਆ ਲੱਗਦੀਆਂ ਨੇ। ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸਸਤੇ ਦੇ ਵਿੱਚ 500 ਦਾ ਟੀਕਾ, 200 ਦੀ ਦਵਾਈ ਇੱਦਾਂ ਲੈ ਕੇ ਅਸੀਂ ਕੀ ਹੈ ਠੀਕ ਹੋ ਜਾਵਾਂਗੇ। ਜੇ ਕਿ ਬਵਾਸੀਰ ਹੁੰਦੀ ਹੈ ਇੱਕ ਐਨਾਟੋਮੀਕਲ ਚੇਂਜਸ ਹੁੰਦੇ ਹੈ, ਫਿਜ਼ੀਓਲੋਜੀਕਲ ਹੁੰਦਾ ਹੈ ਫੰਕਸ਼ਨ ਕਿਸੇ ਚੀਜ਼ ਦਾ ਚੇਂਜ ਹੋਣਾ, ਐਨਾਟੋਮੀਕਲ ਚੇਂਜਸ ਹੁੰਦਾ ਹੈ ਕਿ ਕਿਸੇ ਚੀਜ਼ ਦੀ ਬਣਤਰ ਚੇਂਜ ਹੋਣਾ। ਜਿਹੜੀ ਬਣਤਰ ਚੇਂਜ ਹੋ ਗਈ ਉਹ ਇੱਕ ਵਾਰ ਠੀਕ ਨਹੀਂ ਹੁੰਦੀ ਜਦੋਂ ਤੱਕ ਉਹ ਜੜ ਤੋਂ ਖਤਮ ਨਾ ਹੋਵੇ। ਲੋਕ ਕੀ ਕਰਦੇ ਆ, ਦਵਾਈਆਂ ਲੈ ਲੈਂਦੇ ਆ, ਉਹਦੇ ਨਾਲ ਕਿ ਸਿੰਪਟਮਸ ਘਟਦੇ ਆ, ਲੱਛਣ ਥੋੜ੍ਹੇ ਜਿਹੇ ਘਟਦੇ ਆ, ਜਿੱਦਾਂ ਕਬਜ਼ ਘਟ ਗਈ ਜਾਂ ਫਿਰ ਉਹਨਾਂ ਨੂੰ ਪੇਨ ਥੋੜ੍ਹਾ ਘਟ ਗਿਆ, ਬਟ ਉਹਨਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਠੀਕ ਹੋ ਗਏ, ਬਟ ਥੋੜ੍ਹੀ ਦੇਰ ਬਾਅਦ ਵਿੱਚ ਉਹ ਭਿਆਨਕ ਰੂਪ ਲੈ ਕੇ ਨਿਕਲਦਾ ਹੈ। ਇਹ ਕੀ ਹੈ, ਬਵਾਸੀਰ, ਭਗੰਦਰ, ਫਿਸ਼ਰ, ਇਹ ਕਿ ਸਾਇਲੈਂਟ ਕਿਲਰ ਹੁੰਦੇ ਹੈ। ਇਹ ਕੀ ਇੱਦਾਂ ਹੀ ਕਈ ਸਾਲਾਂ ਤੱਕ ਪੇਸ਼ੈਂਟਸ ਕੀ ਆਪਣੇ ਕੋਲ ਰੱਖਦਾ ਹੈ, ਉਹਨਾਂ ਨੂੰ ਹੌਲੀ ਹੌਲੀ ਕੀ ਹੈ ਉਹ ਬਿਮਾਰੀ ਦਾ ਪਤਾ ਪਹਿਲਾਂ ਤਾਂ ਲੱਗਦਾ ਨਹੀਂ ਹੈ, ਥੋੜ੍ਹੀ ਬਹੁਤੀ ਦਵਾਈ ਖਾ ਲਈ ਉਹਨਾਂ ਲੱਗਿਆ ਠੀਕ ਹੋ ਗਏ, ਉਸ ਤੋਂ ਬਾਅਦ ਕਿ ਇਹ ਵੱਡਾ ਭਿਆਨਕ ਰੂਪ ਲੈ ਕੇ ਕੈਂਸਰ ਦਾ ਰੂਪ ਲੈ ਲੈਂਦਾ। ਫਿਰ ਉਹ ਇੰਨਾ ਪੇਨਫੁਲ ਹੁੰਦਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ, ਫਿਰ ਉਹਦਾ ਇਲਾਜ ਵੀ ਮੁਮਕਿਨ ਨਹੀਂ ਹੁੰਦਾ ਟਾਈਮ 'ਤੇ, ਫਿਰ ਉਹਦਾ ਕੋਈ ਫਾਇਦਾ ਨਹੀਂ ਹੈ। ਇਸ ਤੋਂ ਚੰਗਾ ਹੈ ਕਿ ਪਹਿਲਾਂ ਚੈੱਕਅਪ ਕਰਾਓ, ਆਪਣਾ ਇਲਾਜ ਕਰਾਓ। ਬਿਲਕੁਲ, ਜਿਹੜੇ ਵੀ ਦਰਸ਼ਕ ਦੇਖ ਰਹੇ ਨੇ, ਕੋਈ ਕਿਸੇ ਨੂੰ ਵੀ ਕੋਈ ਸਮੱਸਿਆ ਤਾਂ ਇੱਥੇ ਪਹੁੰਚ ਸਕਦਾ ਬਿਨਾਂ ਦਰਦ ਤੋਂ, ਬਿਨਾਂ ਆਪਰੇਸ਼ਨ ਤੋਂ, ਠੰਡੀ ਮਸ਼ੀਨ ਦੇ ਨਾਲ 10-15 ਮਿੰਟ ਦੇ ਵਿੱਚ ਇਲਾਜ ਕੀਤਾ। ਜੀ ਬਿਲਕੁਲ, ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ। ਇੱਥੇ ਬੱਚਿਆਂ ਦਾ, ਔਰਤਾਂ ਦਾ, ਬਜ਼ੁਰਗਾਂ ਦਾ, ਜੋ ਵੀ ਐਡਲਟਸ ਨੇ ਜਿਨ੍ਹਾਂ ਨੂੰ ਵੀ ਡਰ ਲੱਗਦਾ ਹੈ ਉਹ ਬਿਲਕੁਲ ਆਪਣਾ ਚੈੱਕਅਪ ਕਰਾ ਸਕਦੇ ਆ। ਸਾਰਿਆਂ ਦਾ ਇਲਾਜ ਮੁਮਕਿਨ ਹੈ, ਇੱਦਾਂ ਕੁਛ ਨਹੀਂ ਹੈ ਕਿ ਉਹ ਇਸ ਚੀਜ਼ ਨੂੰ ਛੁਪਾਉਣ, ਉਹ ਆਪਣਾ ਇਲਾਜ ਕਰਵਾਉਣ ਤਾਂ ਕਿ ਉਹ ਬਵਾਸੀਰ ਮੁਕਤ ਹੋ ਸਕਣ। ਬਿਲਕੁਲ, ਧੰਨਵਾਦ ਮੈਮ। ਸੋ ਇਹ ਸਨ ਡਾਕਟਰ ਸੁਖਵਿੰਦਰ ਜਿਨ੍ਹਾਂ ਨਾਲ ਗੱਲਬਾਤ ਕਰਵਾਈ। ਸੋ ਦੋਸਤੋ ਬਿਲਕੁਲ ਜੇਕਰ ਕਿਸੇ ਨੂੰ ਵੀ ਬਵਾਸੀਰ, ਫਿਸ਼ਰ, ਭਗੰਦਰ ਦੀ ਸਮੱਸਿਆ ਤਾਂ ਜਨਤਾ ਪਾਇਲਸ ਕਲੀਨਿਕ ਦੇ ਵਿੱਚ ਪਹੁੰਚ ਜਾਓ, ਜਿੱਥੇ ਠੰਡੀ ਮਸ਼ੀਨ ਦੇ ਨਾਲ ਸਿਰਫ 10 ਤੋਂ 15 ਮਿੰਟਾਂ ਦੇ ਵਿੱਚ ਬਿਨਾਂ ਆਪਰੇਸ਼ਨ ਤੋਂ ਇਲਾਜ ਕੀਤਾ ਜਾਂਦਾ ਡਾਕਟਰ ਰਾਹੁਲ ਉਹਨਾਂ ਦੀ ਟੀਮ ਦੇ ਵੱਲੋਂ। ਸੋ ਬਿਲਕੁਲ ਦੋਸਤੋ, ਨੰਬਰ ਸਕਰੀਨ ਉੱਪਰ ਦਿੱਤੇ ਹੋਏ ਨੇ, ਐਡਰੈਸ ਸਕਰੀਨ ਉੱਪਰ ਦਿੱਤਾ ਹੋਇਆ। ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਲਵ ਪੰਜਾਬ ਚੈਨਲ ਦੇ ਨਾਲ। ਕੈਮਰਾ ਪਰਸਨ ਹੈਰੀ ਦੇ ਨਾਲ, ਧੰਨਵਾਦ।